सत श्री अकाल दोस्तों, मैं पूजा संधू एक बार फिर तो स्वागत करदी हां जी प्रोग्राम दिमाग दी बत्ती जगाओ दे विच। ते दिमाग दी बत्ती जगाओ प्रोग्राम दे विच असीं हर वार गल करदे हां कुछ नवीं जानकारियां दे बारे ते कुछ फैक्ट दे बारे ਜਿਹੜੇ कि साडे आले दुआले हुंदे हन, पर असीं गौर जिहड़ा घट ही करदे हां क्योंकि सानू काली हुंदी आ बहुत ज़्यादा अपने कंमां कारां दी ते सानू चीज़ां दिखाई दिंदियां ने पर ਉਹਦੇ ਬਾਰੇ ਅਸੀਂ ਸੋਚਦੇ ਵੀ ਹਾਂ पर ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਉਹਦੇ ਬਾਰੇ ਸਰਚ ਕਰ ਲਈਏ। ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਇਦਾਂ ਦੇ ਨੇ, ਬਹੁਤ ਲੋਕ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਨੌਲੇਜ ਚਾਹੀਦੀ ਹੁੰਦੀ ਆ ਪਰ ਉਹਨਾਂ ਦੇ ਕੋਲ ਸ਼ਾਇਦ ਟਾਈਮ ਨਹੀਂ ਹੁੰਦਾ ਕਿ ਸਪੈਸ਼ਲੀ ਜਾ ਕੇ ਸਰਚ ਕਰ ਸਕਣ। ਸੋ ਤੁਹਾਡੀ ਇਸੇ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਆ ਉਹ ਸਾਡੇ ਐਪੀਸੋਡ ਦੇ ਵਿੱਚ, ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਮਿਲਦਾ ਆ ਕਿਉਂਕਿ ਮੈਂ ਤੁਹਾਨੂੰ ਸੱਚ ਦੇ ਨੇੜੇ ਲੈ ਕੇ ਆਉਂਦੀ ਆ ਔਰ ਜਿਹੜਾ ਵੀ ਤੁਹਾਡੇ ਆਲੇ ਦੁਆਲੇ ਬੀਤ ਰਿਹਾ ਹੁੰਦਾ ਆ ਜਾਂ ਕੁਝ ਵੀ ਹੋ ਰਿਹਾ ਹੁੰਦਾ ਆ ਉਹਦੇ ਬਾਰੇ ਕੁਝ ਪਰਫੈਕਟ ਜਾਣਕਾਰੀਆਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਸੋ ਅੱਜ ਵੀ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਫੈਕਟ ਤੇ ਕੁਝ ਨਵੀਆਂ ਜਾਣਕਾਰੀਆਂ ਦੇ ਬਾਰੇ ਗੱਲ ਕਰਾਂਗੇ, ਜਿੱਦਾਂ ਕਿ ਐਸਟ੍ਰੋਨੌਟਸ ਮੰਗਲ ਗ੍ਰਹਿ ਤੇ ਜਾ ਕੇ ਵਾਪਸ ਆ ਸਕਦੇ ਆ ਕਿ ਨਹੀਂ ਆ ਸਕਦੇ। ਤੇ ਤੁਸੀਂ ਕਦੇ ਸੁਣਿਆ ਹੈ ਕਿ ਸਭ ਤੋਂ ਜਿਹੜਾ ਜ਼ਹਿਰੀਲਾ ਜਾਨਵਰ ਹੈ ਇਸ ਪ੍ਰਿਥਵੀ ਦਾ ਉਹ ਕਿਹੜਾ ਹੈ? ਨਹੀਂ ਜਾਣਦੇ ਤਾਂ ਕੋਈ ਗੱਲ ਨਹੀਂ, ਅਸੀਂ ਆਪਣੇ ਫੈਕਟਸ ਦੇ ਵਿੱਚ ਗੱਲ ਜ਼ਰੂਰ ਕਰਾਂਗੇ। ਤੇ ਬਾਕੀ ਅੱਜ ਜਾਣਕਾਰੀ ਦੇ ਵਿੱਚ ਅਸੀਂ ਗੱਲ ਕਰਾਂਗੇ MDH ਮਸਾਲੇ ਦੇ ਓਨਰ ਦੇ ਬਾਰੇ। ਤੁਸੀਂ ਜਾਣਦੇ ਹੀ ਹੋਵੋਗੇ, ਮੈਂ ਹੁਣੇ ਸਾਰਾ ਕੁਝ ਨਹੀਂ ਦੱਸਣਾ ਕਿਉਂਕਿ ਸਾਰਾ ਪ੍ਰੋਗਰਾਮ ਪਿਆ ਹਜੇ, ਹੈ ਨਾ। ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਚੱਲਦੇ ਹਾਂ ਸਾਡੇ ਪਹਿਲੇ ਪੜਾਅ ਮਤਲਬ ਕਿ ਫੈਕਟਸ ਵੱਲ। ਸੋ ਜੀ ਵਧਦੇ ਹਾਂ ਹੁਣ ਸਾਡੇ ਪਹਿਲੇ ਫੈਕਟ ਦੇ ਵੱਲ। ਨਾਸਾ ਆਪਣੇ ਐਸਟ੍ਰੋਨੌਟਸ ਨੂੰ ਚੰਦ ਤੇ ਲਿਜਾ ਕੇ ਵਾਪਸ ਲੈ ਕੇ ਆ ਚੁੱਕਿਆ ਹੈ ਕਿ ਭਵਿੱਖ ਵਿੱਚ ਏਦਾਂ ਦਾ ਹੀ ਕੁਝ ਮਾਰਸ ਮਿਸ਼ਨ ਤੇ ਪੋਸੀਬਲ ਹੈ। ਐਸਟ੍ਰੋਨੌਟਸ ਮਾਰਸ ਦੀ ਯਾਤਰਾ ਕਰਕੇ ਪ੍ਰਿਥਵੀ ਤੇ ਵਾਪਸ ਆ ਸਕਦੇ ਹਨ। ਸੋ ਇਹ ਸਵਾਲ ਹੈ। ਖੈਰ ਮੈਂ ਤੁਹਾਨੂੰ ਦੱਸਦਾ ਕਿ ਮੌਜੂਦਾ ਟੈਕਨੋਲੋਜੀ ਦੇ ਦਮ ਤੇ ਮੰਗਲ ਗ੍ਰਹਿ ਤੇ ਜਾਣਾ ਤੇ ਵਾਪਸ ਪ੍ਰਿਥਵੀ ਤੇ ਆਉਣਾ ਇੰਨਾ ਇੰਪ੍ਰੈਕਟੀਕਲ ਹੈ, ਆਪਾਂ ਇਸ ਨੂੰ ਇੰਪੋਸੀਬਲ ਵੀ ਕਹਿ ਸਕਦੇ ਹਾਂ। कॉस्ट इफेक्टिव टेक्नोलॉजी, हार्डवेयर रीयूज से मॉडर्न रॉकेट प्रेपरेशन सिस्टम होने के बावजूद अज भी साइंटिस्ट ਉਹੀ ग्रेविटी इमोशन ते एरोडायनामिक्स ਦੇ ਨਿਯਮਾਂ ਨਾਲ ਬੰਨੇ ਹੋਏ ਹਨ, ਜਿਹਦੇ ਨਾਲ ਨਾਸਾ ਦੇ ਵਿਗਿਆਨਿਕ 60 ਦੇ ਦਸ਼ਕ ਵਿੱਚ ਬੰਨੇ ਹੋਏ ਸੀ। ਸੋ ਮੰਗਲ ਗ੍ਰਹਿ ਤੋਂ ਵਾਪਸ ਆਉਣ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਗ੍ਰੈਵਿਟੀ ਮੰਗਲ ਤੇ ਚੰਦ ਨਾਲੋਂ ਵੀ ਡਬਲ ਗ੍ਰੈਵਿਟੀ ਹੈ। ਜਿੱਥੇ ਚੰਦ ਤੇ 1 ਕਿਲੋ ਮਾਸ ਨੂੰ ਲਿਫਟ ਕਰਨ ਲਈ 632 ਕਿਲੋਗ੍ਰਾਮ ਹਾਰਡਵੇਅਰ ਟੈਂਕ ਤੇ ਫਿਊਲ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਮੰਗਲ ਤੇ ਇੱਥੋਂ 2 ਗੁਣਾ ਜ਼ਿਆਦਾ ਹਾਰਡਵੇਅਰ ਤੇ ਫਿਊਲ ਦੀ ਜ਼ਰੂਰਤ ਪੈਂਦੀ ਹੈ, ਜੋ ਉੱਤੇ ਪਹੁੰਚਾਉਣਾ ਕੋਈ ਆਸਾਨ ਗੱਲ ਨਹੀਂ ਹੈ। ਦੂਸਰਾ ਹੈ ਮੰਗਲ ਤੋਂ ਪ੍ਰਿਥਵੀ ਦੀ ਦੂਰੀ। ਅਪੋਲੋ ਦੇ ਐਸਟ੍ਰੋਨੌਟਸ ਤਾਂ 3 ਹੀ ਦਿਨਾਂ ਦੇ ਵਿੱਚ ਚੰਦ ਤੇ ਪਹੁੰਚ ਗਏ ਸੀ, ਪਰ ਪ੍ਰਿਥਵੀ ਤੇ ਚੰਦ ਦੀ ਦੂਰੀ ਤੋਂ ਪ੍ਰਿਥਵੀ ਤੇ ਮਾਰਸ ਦੀ ਦੂਰੀ 203 ਗੁਣਾ ਜ਼ਿਆਦਾ ਹੈ। ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਮੰਗਲ ਤੱਕ ਐਸਟ੍ਰੋਨੌਟਸ ਨੂੰ ਪਹੁੰਚਣ ਲਈ 4600 ਦਿਨ ਜਾਂ ਫਿਰ 12 ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ, ਪਰ 12 ਸਾਲ ਤੱਕ ਇੱਕ ਸਪੇਸਸ਼ਿਪ ਦੇ ਉੱਤੇ ਪਾਵਰ ਅਤੇ ਸਪਲਾਈ ਮੇਨਟੇਨ ਕਰਨਾ ਪੋਸੀਬਲ ਨਹੀਂ ਹੈ, ਜਿਸ ਕਾਰਨ ਫਿਲਹਾਲ ਇਹ ਨਾਮੁਮਕਿਨ ਹੀ ਲੱਗਦਾ ਹੈ। ਪਰ ਫਿਊਚਰ ਦੇ ਵਿੱਚ ਸਾਇੰਟਿਸਟ ਕੁਝ ਨਾ ਕੁਝ ਤਾਂ ਕਰ ਹੀ ਲੈਣਗੇ। ਗੱਲ ਕਰਦੇ ਹਾਂ ਅਗਲੇ ਫੈਕਟ ਦੇ ਬਾਰੇ। ਤੁਹਾਡੇ ਵਿੱਚੋਂ ਕਿਸੇ ਨੇ ਚੈਨਲਸ ਤੇ ਜਾਂ ਕਈਆਂ ਨੇ ਆਪਣੀ ਰੀਅਲ ਲਾਈਫ ਵਿੱਚ ਇੱਕ ਤੋਂ ਇੱਕ ਖਤਰਨਾਕ ਤੇ ਜ਼ਹਿਰੀਲੇ ਜਾਨਵਰ ਤਾਂ ਦੇਖੇ ਹੀ ਹੋਣਗੇ। ਕਿਸੇ ਸੱਪ ਦਾ ਜ਼ਹਿਰ 1000 ਲੋਕਾਂ ਦੀ ਜਾਨ ਲੈ ਸਕਦਾ ਹੈ ਅਤੇ ਬਿੱਛੂ ਦਾ ਜ਼ਹਿਰ 70 ਕਰੋੜ ਰੁਪਏ ਲੀਟਰ ਵਿਕਦਾ ਹੈ। ਪਰ ਜਦੋਂ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਇਨਸਾਨਾਂ ਦੀ ਜਾਨ ਲੈਣ ਵਾਲਾ ਜੀਵ ਕਿਹੜਾ ਹੈ ਤਾਂ ਤੁਹਾਨੂੰ ਇਹ ਸੁਣ ਕੇ ਜ਼ਰੂਰ ਝਟਕਾ ਲੱਗੂਗਾ, ਕਿਉਂਕਿ ਇਤਿਹਾਸ ਦੇ ਵਿੱਚ ਸਭ ਤੋਂ ਡੈਡਲਿਸਟ ਐਨੀਮਲ ਹੈ ਸਧਾਰਨ ਜਿਹਾ ਦੇਖਣ ਵਾਲਾ ਮੱਛਰ। ਜੀ ਹਾਂ, ਕੰਨ ਦੇ ਆਲੇ ਦੁਆਲੇ ਭਿੰਨ-ਭਿਨਾਉਂਦਾ ਹੋਇਆ ਇਹ ਮੱਛਰ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦੇ ਵਿੱਚ ਵਾਇਰਸ ਫੈਲਾਉਣ ਦਾ ਕੰਮ ਵੀ ਕਰਦਾ ਹੈ ਤੇ ਮਲੇਰੀਆ, ਡੇਂਗੂ, ਪੀਲਾ ਬੁਖਾਰ ਜਿੱਦਾਂ ਦੀਆਂ ਭਿਆਨਕ ਮਹਾਮਾਰੀਆਂ ਦਾ ਜ਼ਿੰਮੇਵਾਰ ਵੀ ਹੈ। ਜਿੱਥੇ ਹਰ ਸਾਲ ਇਹ ਜ਼ਹਿਰੀਲੇ ਸੱਪ 1 ਲੱਖ ਲੋਕਾਂ ਦੀ ਜਾਨ ਲੈਂਦੇ ਨੇ, ਉੱਥੇ ਹੀ ਸਾਲਾਨਾ 7.5 ਲੱਖ ਮੌਤਾਂ ਦਾ ਜ਼ਿੰਮੇਦਾਰ ਸਿਰਫ ਇੱਕ ਮੱਛਰ ਹੈ। ਮਤਲਬ ਇਹ ਮੱਛਰ ਹੈ ਮਾਨਵਤਾ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਅਰਬਾਂ ਜਾਨਾਂ ਲੈਣ ਵਾਲਾ ਇਹ ਮੱਛਰ ਐਨੀਮਲ ਰਿਲੇਟਡ ਹਿਊਮਨ ਡੈਥਸ ਵਿੱਚ ਅੱਜ ਤੋਂ ਹੀ ਨਹੀਂ ਬਲਕਿ ਹਮੇਸ਼ਾ ਤੋਂ ਟੌਪ ਤੇ ਰਿਹਾ ਹੈ। ਸੋ ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੀ। ਐਮਾਜ਼ਨ ਦੁਨੀਆ ਦਾ ਸਭ ਤੋਂ ਵੱਡਾ ਟ੍ਰੋਪੀਕਲ ਰੇਨ ਫੋਰੈਸਟ ਹੈ ਤੇ ਸਹਾਰਾ ਸਭ ਤੋਂ ਵੱਡਾ ਰੇਗਿਸਤਾਨ। ਪਰ ਇਹਦੇ ਵਿੱਚ ਚੌਂਕਾਉਣ ਵਾਲੀ ਗੱਲ ਇਹ ਹੈ ਕਿ ਵੈਸੇ ਤਾਂ ਇਹ ਇੱਕ ਦੂਸਰੇ ਤੋਂ 2500 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਤੇ ਹੈ, ਪਰ ਫਿਰ ਵੀ ਸਹਾਰਾ ਦੀ ਗਰਮ ਮਿੱਟੀ ਹਵਾ ਵਿੱਚ ਮਿਲ ਕੇ ਐਮਾਜ਼ਨ ਦੇ ਹਰੇ ਭਰੇ ਜੰਗਲਾਂ ਨੂੰ ਨਰਿਸ਼ ਕਰਨ ਦਾ ਕੰਮ ਕਰਦੀ ਹੈ।
ਸੋ 2015 ਵਿੱਚ ਅਮਰੀਕਨ ਜੀਓਫਿਜ਼ੀਕਲ ਯੂਨੀਅਨ ਦੇ ਜਨਰਲ ਨੇ ਪਹਿਲੀ ਵਾਰ ਇਸ ਗੱਲ ਦਾ ਖੁਲਾਸਾ ਸੈਟੇਲਾਈਟ ਬੇਸਡ ਇਮੇਜਨਰੀ ਦੀ ਮਦਦ ਨਾਲ ਕੀਤਾ ਗਿਆ। ਸੋ ਦਰਅਸਲ ਸਹਾਰਾ ਦੀ ਤੇਜ਼ ਗਰਮ ਹਵਾ ਆਪਣੇ ਨਾਲ ਡਸਟ ਦੇ ਗੁਬਾਰ ਲੈ ਕੇ ਚੱਲਦੀ ਹੈ, ਜੋ ਦੇਖਦੇ ਹੀ ਦੇਖਦੇ ਧੂਲ ਦੇ ਬੱਦਲਾਂ ਵਿੱਚ ਬਦਲ ਜਾਂਦੀ ਹੈ ਤੇ ਦੁਨੀਆ ਦੀ ਸਭ ਤੋਂ ਵੰਜਰ ਜ਼ਮੀਨ ਤੋਂ ਨਿਕਲ ਕੇ ਸਭ ਤੋਂ ਉਪਜਾਊ ਜ਼ਮੀਨ ਤੇ ਆਪਣੀ ਟ੍ਰਾਂਸਐਂਡਲਾਈਟਿਕ ਜਰਨੀ ਤੇ ਨਿਕਲ ਜਾਂਦੀ ਹੈ। ਪਰ ਹੁੰਦਾ ਇਹ ਹੈ ਕਿ ਧੂਲ ਦੇ ਇਹਨਾਂ ਕਣਾਂ ਵਿੱਚ ਫੋਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿੱਦਾਂ ਕਿ ਤੁਹਾਡੇ ਵਿੱਚੋਂ ਕੁਝ ਬਨਸਪਤੀ ਪ੍ਰੇਮੀ ਜਾਣਦੇ ਹੋਣਗੇ ਕਿ ਫੋਸਫੋਰਸ ਪਲਾਂਟ ਦੀ ਗਰੋਥ ਦੇ ਵਿੱਚ ਇੱਕ ਵਾਈਟਲ ਨਿਊਟ੍ਰੀਐਂਟ ਦਾ ਕੰਮ ਕਰਦੇ ਨੇ ਤੇ ਇਹ ਫੋਸਫੋਰਸ ਐਮਾਜ਼ਨ ਦੀ ਜ਼ਮੀਨ ਨੂੰ ਹੋਰ ਵੀ ਉਪਜਾਊ ਬਣਾਉਣ ਦਾ ਕੰਮ ਕਰਦਾ ਹੈ। ਸੋ ਇਸ ਤਰ੍ਹਾਂ ਸਹਾਰਾ ਰੇਗਿਸਤਾਨ ਐਮਾਜ਼ਨ ਜੰਗਲ ਦੇ ਅਸਤਿਤਵ ਨੂੰ ਸਪੋਰਟ ਕਰਦਾ ਹੈ। ਸੋ ਇਹ ਪੂਰੀ ਦੁਨੀਆ ਆਪਸ ਦੇ ਵਿੱਚ ਕਨੈਕਟਡ ਹੈ। ਇਸ ਫੈਕਟ ਦੇ ਜ਼ਰੀਏ ਇਹ ਗੱਲ ਇੱਕ ਵਾਰ ਫਿਰ ਤੋਂ ਸਾਬਿਤ ਹੋ ਜਾਂਦੀ ਹੈ। ਵਧਦੇ ਹਾਂ ਜੀ ਹੁਣ ਅਸੀਂ ਆਪਣੇ ਅਗਲੇ ਫੈਕਟ ਦੇ ਵੱਲ। ਕੀ ਤੁਸੀਂ ਜਾਣਦੇ ਹੋ ਕਿ ਮਾਊਂਟ ਐਵਰੈਸਟ ਜੋ ਦੁਨੀਆ ਦਾ ਹਾਈਐਸਟ ਮਾਊਂਟੇਨ ਪੀਕ ਹੈ, ਉਸ ਦੀ ਹਾਈਟ ਲਗਾਤਾਰ ਵੱਧ ਰਹੀ ਹੈ ਤੇ ਉਹ ਪਹਿਲੇ ਤੋਂ ਵੀ ਜ਼ਿਆਦਾ ਉੱਚਾ ਹੋ ਰਿਹਾ ਹੈ। ਜੀ ਹਾਂ, 1953 ਕਿੰਜਿੰਗ ਤੇ ਹਿਲਰੀ ਦੀ ਜੋੜੀ ਨੇ ਸਭ ਤੋਂ ਪਹਿਲਾਂ ਫਤਿਹ ਹਾਸਲ ਕੀਤੀ ਸੀ ਇਸ ਤੇ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਮਾਊਂਟੇਨ ਐਵਰੈਸਟ ਦੀ ਹਾਈਟ 2.5 ਮੀਟਰ ਤੋਂ ਵੀ ਜ਼ਿਆਦਾ ਵੱਧ ਚੁੱਕੀ ਹੈ। ਏਦਾਂ ਕਿਉਂ ਹੋ ਰਿਹਾ? ਤੁਸੀਂ ਇਹ ਤਾਂ ਜਾਣਦੇ ਹੋਵੋਗੇ ਕਿ ਸਾਡੇ ਪਲੈਨਟ ਤੇ ਜਿੰਨਾ ਵੀ ਲੈਂਡ ਮਾਸ ਜਾਨੀ ਕਿ ਜਿੰਨੀ ਵੀ ਜ਼ਮੀਨ ਹੈ ਉਹ ਟੈਕਟੋਨਿਕ ਪਲੇਟ ਤੇ ਟਿਕੀ ਹੋਈ ਹੈ ਤੇ ਇਹ ਟੈਕਟੋਨਿਕ ਪਲੇਟ ਹਮੇਸ਼ਾ ਮੂਵ ਕਰਦੀਆਂ ਰਹਿੰਦੀਆਂ ਹਨ ਤੇ ਆਪਸ ਵਿੱਚ ਟਕਰਾਉਂਦੀਆਂ ਰਹਿੰਦੀਆਂ ਹਨ, ਜਿਸ ਦਾ ਪਤਾ ਸਾਨੂੰ ਕਦੀ ਭੂਕੰਪ ਜਾਂ ਫਿਰ ਸੁਨਾਮੀ ਨਾਲ ਚੱਲਦਾ ਹੈ। ਹਿਮਾਲਿਆ ਜਿਸ ਰੇਂਜ ਨੂੰ ਅਸੀਂ ਯੰਗ ਫੋਲਡ ਮਾਊਂਟੇਨ ਵੀ ਕਹਿੰਦੇ ਹਾਂ, ਇਦਾਂ ਦੀਆਂ ਟੈਕਟੋਨਿਕ ਪਲੇਟਸ ਦੇ ਟਕਰਾਉਣ ਦੇ ਨਾਲ ਅੱਜ ਤੋਂ 4 ਸਾਲ ਕਰੋੜ ਪਹਿਲਾਂ ਇਹ ਮੂਵਮੈਂਟ ਨਜ਼ਰ ਆਈ। ਇਹ ਦੋ ਟੈਕਟੋਨਿਕ ਪਲੇਟਸ ਸੀ, ਇੰਡੀਅਨ ਪਲੇਟ ਤੇ ਯੂਰੇਸ਼ੀਅਸ ਪਲੇਟ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਇਹਨਾਂ ਦੋ ਪਲੇਟਸ ਦੇ ਵਿੱਚ ਦਾ ਕੋਲੋਜੀਅਨ ਤੇ ਪ੍ਰੈਸ਼ਰ ਕਰੋੜਾਂ ਸਾਲਾਂ ਤੋਂ ਅੱਜ ਵੀ ਜਾਰੀ ਹੈ। ਸੋ ਇੰਡੀਅਨ ਪਲੇਟਸ ਤੇ ਯੂਰੇਸ਼ੀਅਨ ਪਲੇਟ ਨੂੰ ਲਗਾਤਾਰ ਪੁਸ਼ ਕਰਨ ਦੇ ਕਾਰਨ ਇਸ ਰੀਜਨ ਦੇ ਵਿੱਚ ਲਗਾਤਾਰ ਜੀਓਲੋਜੀਕਲ ਚੇਂਜ ਆਉਂਦੇ ਰਹਿਣਗੇ ਅਤੇ ਇਸ ਦਾ ਇੱਕ ਰਿਜ਼ਲਟ ਐਵਰੈਸਟ ਦੀ ਹਾਈਟ ਦਾ ਲਗਾਤਾਰ ਵਧਣਾ ਹੈ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੀ ਕਿ ਜ਼ਿਆਦਾਤਰ ਹਾਲੀਵੁੱਡ ਤੇ ਬਾਲੀਵੁੱਡ ਫਿਲਮਾਂ ਦੇ ਐਪਿਕ ਸੀਨ ਅਕਸਰ ਇੱਕ ਬੰਦ ਕਮਰੇ ਦੇ ਵਿੱਚ ਹੀ ਸ਼ੂਟ ਕਰ ਦਿੱਤੇ ਜਾਂਦੇ ਹਨ ਤੇ ਇਹ ਮੁਮਕਿਨ ਹੋ ਪਾਉਂਦਾ ਹੈ ਕਮਾਲ ਦੀ ਪ੍ਰੋਫੈਸ਼ਨਲ ਲਾਈਟਿੰਗ, ਡਾਇਰੈਕਸ਼ਨ ਤੇ ਕੰਪਿਊਟਰ ਗ੍ਰਾਫਿਕ ਦੀ ਮਦਦ ਦੇ ਨਾਲ। ਪਰ ਲੇਕਿਨ ਇਦਾਂ ਦੇ ਸੈੱਟ ਤੇ ਇੱਕ ਨਜ਼ਰ ਦੌੜਾਉਣ ਦੇ ਨਾਲ ਜੋ ਚੀਜ਼ ਤੁਹਾਡਾ ਧਿਆਨ ਸਭ ਤੋਂ ਪਹਿਲਾਂ ਖਿੱਚਦੀ ਹੈ ਉਹ ਹੁੰਦੀ ਹੈ ਜੀ ਗ੍ਰੀਨ ਸਕਰੀਨ। ਜੀ ਬਿਲਕੁਲ, ਜਿਸ ਨੂੰ ਕ੍ਰੋਮਾ ਸਕਰੀਨ ਵੀ ਕਿਹਾ ਜਾਂਦਾ ਹੈ। ਸੋ ਕਲਾਕਾਰ ਇਸੇ ਹੀ ਹਰੇ ਰੰਗ ਦੇ ਪਰਦੇ ਤੇ ਅੱਗੇ ਐਕਟਿੰਗ ਕਰਦੇ ਨੇ, ਫਿਰ ਕੰਪਿਊਟਰ ਉਸ ਨੂੰ ਵਰਚੁਅਲ ਸੈੱਟ ਦੇ ਵਿੱਚ ਫਿੱਟ ਕਰ ਦਿੰਦਾ ਹੈ। ਰਿਜ਼ਲਟਸ ਦੇ ਵਿੱਚ ਮਿਲਦੇ ਨੇ ਨਾਮੁਮਕਿਨ ਜਿਹੇ ਦਿਖਣ ਵਾਲੇ ਕਮਾਲ ਦੇ ਇਦਾਂ ਦੇ ਸ਼ਾਟਸ, ਜਿਸ ਨੂੰ ਦੇਖ ਕੇ ਤੁਹਾਡਾ ਮੂੰਹ ਖੁੱਲਾ ਦਾ ਖੁੱਲਾ ਰਹਿ ਜਾਂਦਾ ਹੈ। ਲੇਕਿਨ ਇਦਾਂ ਦੇ ਮੂਵੀ ਸੈੱਟ ਤੇ ਇਹ ਸਾਰੇ ਪਰਦੇ ਗ੍ਰੀਨ ਕਲਰ ਦੇ ਹੁੰਦੇ ਨੇ। ਇਸ ਦੀ ਵੀ ਇੱਕ ਖਾਸ ਵਜ੍ਹਾ ਹੈ। ਦਰਅਸਲ ਬ੍ਰਾਈਟ ਗ੍ਰੀਨ ਕਲਰ ਸਾਡੀ ਨੈਚੁਰਲ ਸਕਿਨ ਟੋਨ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਮੈਚ ਨਹੀਂ ਕਰਦਾ। ਸੋ ਇਸ ਕਰਕੇ ਇਸ ਹਰੇ ਰੰਗ ਦੇ ਬੈਕਗ੍ਰਾਉਂਡ ਨੂੰ ਟ੍ਰਾਂਸਪੇਰੈਂਟ ਕਰਕੇ ਸਬਜੈਕਟ ਨੂੰ ਆਈਸੋਲੇਟ ਕਰਨਾ ਆਸਾਨ ਹੋ ਜਾਂਦਾ ਹੈ। ਸੋ ਲੇਕਿਨ ਇਦਾਂ ਹੀ ਨਹੀਂ ਹੈ ਕਿ ਕ੍ਰੋਮਾ ਸਿਰਫ ਗ੍ਰੀਨ ਕਲਰ ਦਾ ਹੀ ਹੋ ਸਕਦਾ ਹੈ। ਇਹ ਕਿਸੇ ਵੀ ਰੰਗ ਦਾ ਹੋ ਸਕਦਾ ਹੈ ਜੋ ਸਾਡੇ ਨੈਚੁਰਲ ਸਕਿਨ ਟੋਨ ਜਾਂ ਕਲਰ ਦੇ ਨਾਲ ਮਿਲਦਾ ਨਾ ਹੋਵੇ। ਉਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਐਕਟਰ ਨੇ ਵੀ ਉਸੇ ਰੰਗ ਦਾ ਕੱਪੜਾ ਨਾ ਪਾਇਆ ਹੋਵੇ, ਤਾਂ ਕ੍ਰੋਮਾ ਕੀ ਦੇ ਵਕਤ ਉਸ ਦਾ ਉਹ ਬਾਡੀ ਪਾਰਟ ਵੀ ਟ੍ਰਾਂਸਪੇਰੈਂਟ ਹੀ ਦਿਖੇਗਾ। ਸੋ ਹੁਣ ਆਪਾਂ ਗੱਲ ਕੀਤੀ ਫੈਕਟ ਦੇ ਬਾਰੇ ਤੇ ਹੁਣ ਆਪਾਂ ਅਗਲੇ ਪੜਾਅ ਵੱਲ ਵਧਦੇ ਹਾਂ, ਜਿਹਦਾ ਨਾਮ ਹੈ ਜਾਣਕਾਰੀ। ਤੇ ਜਾਣਕਾਰੀ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਖਾਸ ਇਨਸਾਨ ਦੀ। ਦੱਸਦੀ ਹਾਂ ਮਤਲਬ ਇੰਨੀ ਜਲਦੀ ਵੀ ਕਾਦੀ ਹੈ, ਕਿਉਂਕਿ ਹੁਣ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਗੱਲ ਕਰਦੇ ਹਾਂ ਅੱਜ ਦੇ ਜਾਣਕਾਰੀ ਪੋਸ਼ਨ ਦੀ। ਸ਼੍ਰੀ ਧਰਮਪਾਲ ਗੁਲਾਟੀ ਜੀ ਅੱਜ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ। MDH ਮਸਾਲੇ ਬਣਾਉਣ ਵਾਲੇ ਸ਼ੁੱਧਤਾ ਅਤੇ ਸਵਾਦ ਲਈ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਮਸ਼ਹੂਰ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਇੱਥੇ ਤੱਕ ਪਹੁੰਚਣ ਦਾ ਸਫ਼ਰ ਕਿੰਨਾ ਮੁਸ਼ਕਿਲ ਸੀ? ਤੁਸੀਂ ਸਾਰਿਆਂ ਨੇ ਟੀਵੀ ਤੇ ਇਸ ਇਨਸਾਨ ਨੂੰ ਦੇਖਿਆ ਹੀ ਹੋਵੇਗਾ ਜੋ ਕਿ MDH ਮਸਾਲਿਆਂ ਦੀ ਮਸ਼ਹੂਰੀ ਵਿੱਚ ਅਕਸਰ ਤੁਹਾਨੂੰ ਦਿਖਾਈ ਦਿੰਦਾ ਹੈ। ਇਹ ਇਨਸਾਨ MDH ਕੰਪਨੀ ਦਾ ਮਾਲਕ ਹੈ ਤੇ MDH ਦਾ ਪੂਰਾ ਨਾਮ ਮਹਾਸ਼ਿਆਂ ਦੀ ਹੱਟੀ ਹੈ। ਤੇ ਜੇਕਰ ਧਰਮਪਾਲ ਜੀ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਸੀ ਤੇ ਇਹਨਾਂ ਨੇ ਆਪਣਾ ਪਾਕਿਸਤਾਨ ਵਿੱਚ ਜੱਦੀ ਘਰ ਛੱਡ ਕੇ ਭਾਰਤ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ। ਤੇ ਇਹ ਇਨਸਾਨ ਉਹਨਾਂ ਲਈ ਇੱਕ ਮਿਸਾਲ ਨੇ ਜੋ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ, ਕਿਉਂਕਿ ਅੱਜ MDH ਕਰੋੜਾਂ ਰੁਪਏ ਕਮਾਉਂਦਾ ਹੈ ਪਰ ਉਸ ਦਾ ਮਾਲਕ 5ਵੀਂ ਪਾਸ ਹੈ।
ਸੋ ਇਹਨਾਂ ਦਾ ਨਾਮ ਹੈ ਜੀ ਮਹਾਸ਼ੇ ਧਰਮਪਾਲ ਗੁਲਾਟੀ। ਤੇ ਇਹਨਾਂ ਦਾ ਜਨਮ 27 ਮਾਰਚ 1923 ਨੂੰ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਮਹਾਸ਼ੇ ਚੁੰਨੀ ਲਾਲ ਗੁਲਾਟੀ ਹੈ। ਤੇ ਹੁਣ ਗੱਲ ਕਰਦੇ ਹਾਂ ਕੰਮ ਦੀ ਸ਼ੁਰੂਆਤ ਕਿੱਥੋਂ ਹੋਈ। ਇਹਨਾਂ ਦੇ ਪਿਤਾ ਨੇ 1947 ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਵਿੱਚ ਮਹਾਸ਼ਿਆਂ ਦੀ ਹੱਟੀ ਦੇ ਨਾਮ ਤੋਂ ਇੱਕ ਦੁਕਾਨ ਖੋਲੀ ਸੀ ਜੋ ਕਿ ਪੂਰੇ ਪਾਕਿਸਤਾਨ ਵਿੱਚ ਮਸਾਲੇ ਭੇਜਦੇ ਸੀ ਤੇ ਉਸ ਸਮੇਂ ਇਹਨਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਚੱਲਦਾ ਸੀ ਤੇ ਧਰਮਪਾਲ ਜੀ ਦਾ ਪੜ੍ਹਾਈ ਵਿੱਚ ਮਨ ਬਹੁਤ ਜ਼ਿਆਦਾ ਨਹੀਂ ਲੱਗਦਾ ਸੀ। ਪਰ ਧਰਮਪਾਲ ਜੀ ਪੜ੍ਹਾਈ ਤੋਂ ਬਿਨਾਂ ਬਾਕੀ ਖੇਡ ਕੁੱਦ ਵਿੱਚ, ਕੁਸ਼ਤੀ ਵਗੈਰਾ ਵਿੱਚ ਸਭ ਕੁਝ ਕਰਿਆ ਕਰਦੇ ਸੀ ਤੇ ਇਸੇ ਤਰ੍ਹਾਂ ਇਹਨਾਂ ਨੇ 5ਵੀਂ ਕਲਾਸ ਤੱਕ ਹੀ ਪੜ੍ਹਾਈ ਕੀਤੀ ਸੀ। ਮਤਲਬ ਉਸ ਸਮੇਂ ਉਹ ਆਪਣੇ ਬਾਪੂ ਦੇ ਸਿਰ ਤੇ ਪੂਰੀ ਮौज ਕਰਦੇ ਸੀ, ਆਪਾਂ ਇਹ ਵੀ ਕਹਿ ਸਕਦੇ ਹਾਂ। ਸੋ ਇਸ ਤੋਂ ਬਾਅਦ ਇਹਨਾਂ ਨੇ ਪੜ੍ਹਾਈ ਛੱਡ ਦਿੱਤੀ ਸੀ। ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਬਹੁਤ ਸਾਰੇ ਕੰਮ ਕਰਨ ਲਈ ਅਲੱਗ-ਅਲੱਗ ਜਗ੍ਹਾ ਤੇ ਲਗਾਇਆ। ਸਭ ਤੋਂ ਪਹਿਲਾਂ ਇਹਨਾਂ ਨੂੰ ਸਾਬਣ ਦੀ ਫੈਕਟਰੀ ਦੇ ਵਿੱਚ ਭੇਜਿਆ, ਪਰ ਇਹਨਾਂ ਨੇ ਉੱਥੇ ਵੀ ਕੰਮ ਨਹੀਂ ਕੀਤਾ ਤੇ ਫਿਰ ਜੁੱਤੀਆਂ ਅਤੇ ਕੱਪੜਿਆਂ ਦੇ ਕੰਮ ਵਿੱਚ ਲਗਾਇਆ ਤੇ ਚੋਲਾਂ ਦਾ ਕੰਮ ਵੀ ਕੀਤਾ। ਇੱਕ ਦਫ਼ਤਰ ਵਿੱਚ ਨੌਕਰੀ ਵੀ ਕੀਤੀ, ਪਰ ਉਹਨਾਂ ਤੋਂ ਇਹ ਕੰਮ ਕੀਤੇ ਹੀ ਨਹੀਂ ਗਏ। ਅਸਲ ਵਿੱਚ ਪਿਤਾ ਜੀ ਨੇ ਇਹਨਾਂ ਨੂੰ ਇਸ ਕੰਮਾਂ ਦੇ ਵਿੱਚ ਪਾਇਆ ਹੀ ਇਸੇ ਕਰਕੇ ਸੀ ਤਾਂ ਕਿ ਇਹਨਾਂ ਨੂੰ ਇਹ ਸਮਝ ਆ ਸਕੇ ਕਿ ਇਹਨਾਂ ਕੰਮਾਂ ਨਾਲੋਂ ਮੇਰਾ ਘਰ ਦਾ ਬਿਜ਼ਨਸ ਵਧੀਆ ਹੈ। ਇਸ ਤਰ੍ਹਾਂ ਫਿਰ ਉਹ ਖੁਸ਼ੀ-ਖੁਸ਼ੀ ਮੇਰੇ ਨਾਲ ਹੱਥ ਵਟਾਏਗਾ। ਪਰ ਜੇਕਰ ਮੈਂ ਉਸਨੂੰ ਸਿੱਧਾ ਕਹਾਂਗਾ ਕਿ ਤੂੰ ਮੇਰੇ ਨਾਲ ਕੰਮ ਕਰਵਾ, ਪਰ ਸ਼ਾਇਦ ਉਹ ਉਹਨਾਂ ਦਿਲ ਲਾ ਕੇ ਕੰਮ ਨਾ ਕਰੇ। ਪਰ ਬਾਹਰ ਸਾਰੀਆਂ ਥਾਵਾਂ ਤੇ ਕੰਮ ਕਰਨ ਨਾਲ ਉਸਨੂੰ ਇਹ ਸਾਰੀ ਚੀਜ਼ ਦੀ ਸਮਝ ਆ ਜਾਵੇਗੀ ਤੇ ਇਸ ਤੋਂ ਬਾਅਦ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਆਪਣੀ ਦੁਕਾਨ ਵਿੱਚ ਹੀ ਸਮਾਨ ਦੀ ਡਿਲੀਵਰੀ ਕਰਨ ਦੇ ਲਈ ਤੇ ਮਸਾਲੇ ਵਗੈਰਾ ਤੋਲਣ ਦੇ ਲਈ ਰੱਖ ਲਿਆ ਤੇ ਉੱਥੇ ਕੰਮ ਕਰਦੇ ਹੀ ਇਹਨਾਂ ਨੇ ਮਸਾਲਿਆਂ ਨੂੰ ਬਣਾਉਣ ਦਾ ਤਰੀਕਾ ਵੀ ਸਿੱਖਿਆ। ਅਤੇ ਉਸ ਸਮੇਂ ਇਹਨਾਂ ਦੀ ਉਮਰ ਸਿਰਫ 18 ਸਾਲ ਦੀ ਸੀ ਤੇ ਕੰਮ ਕਰਦੇ ਇਹਨਾਂ ਦਾ ਵਿਆਹ ਵੀ ਹੋ ਗਿਆ। ਸੋ ਇਸ ਤਰ੍ਹਾਂ ਧਰਮਪਾਲ ਜੀ ਦੇ ਮੋਢਿਆਂ ਦੇ ਉੱਤੇ ਇੱਕ ਹੋਰ ਜ਼ਿੰਮੇਵਾਰੀ ਆ ਗਈ ਸੀ। ਪਰ ਉਸ ਸਮੇਂ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਵੀ ਆਮ ਆਦਮੀ ਨੂੰ ਉਮੀਦ ਹੀ ਨਹੀਂ ਸੀ। 1947 ਦੇ ਵਿੱਚ ਦੇਸ਼ ਦੀ ਵੰਡ ਸਮੇਂ ਜਦੋਂ ਦੰਗੇ ਹੋਣ ਲੱਗੇ ਸੀ ਤਾਂ ਉਸ ਸਮੇਂ ਇਹਨਾਂ ਦਾ ਪਾਕਿਸਤਾਨ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਤਾਂ ਫਿਰ ਉਸ ਸਮੇਂ ਧਰਮਪਾਲ ਜੀ ਆਪਣਾ ਜੱਦੀ ਘਰ ਛੱਡ ਕੇ ਤੇ ਆਪਣਾ ਚੰਗਾ ਭਲਾ ਚੱਲਦਾ ਬਿਜ਼ਨਸ ਛੱਡ ਕੇ 1500 ਰੁਪਏ ਲੈ ਕੇ ਪਾਕਿਸਤਾਨ ਤੋਂ ਅੰਮ੍ਰਿਤਸਰ ਵਿੱਚ ਆ ਕੇ ਰਿਫਿਊਜੀ ਕੈਂਪਾਂ ਦੇ ਵਿੱਚ ਰਹਿਣ ਲੱਗੇ। ਸੋ ਇਸ ਨੂੰ ਕਹਿੰਦੇ ਨੇ ਕੁਦਰਤੀ ਮਾਰ, ਕਿਸਮਤ ਦੀ ਮਾਰ। ਪਰ ਅੱਜ ਅਸੀਂ ਸਭ ਕੁਝ ਹੁੰਦੇ ਹੋਏ ਵੀ ਕਹਿੰਦੇ ਆ ਕਿ ਸਾਡੀ ਕਿਸਮਤ ਬਹੁਤ ਖਰਾਬ ਹੈ ਤੇ ਫਿਰ ਇਹਨਾਂ ਦੇ ਦਿਨ ਬਹੁਤ ਹੀ ਔਖੇ ਬੀਤੇ ਕਿਉਂਕਿ ਸਾਰਾ ਬਣਿਆ ਬਣਾਇਆ ਕਾਰੋਬਾਰ ਤੇ ਹਮੇਸ਼ਾ ਲਈ ਆਪਣਾ ਘਰ ਛੱਡ ਕੇ ਆਉਣਾ ਉਹਨਾਂ ਤੋਂ ਭੁਲਾਇਆ ਨਹੀਂ ਜਾ ਰਿਹਾ ਸੀ। ਸੋ ਹੁਣ ਇਹਨਾਂ ਤੇ ਇੱਕ ਅਜਿਹਾ ਸਮਾਂ ਸੀ, ਇਹ ਬਿਲਕੁਲ ਵਿਹਲੇ ਸੀ ਤੇ ਜੇਬ ਵਿੱਚ ਸੀ ਸਿਰਫ 1500 ਰੁਪਏ ਤੋਂ ਬਿਨਾਂ ਹੋਰ ਕੋਈ ਕੰਮ ਵੀ ਨਹੀਂ ਸੀ। ਸੋ ਅੰਮ੍ਰਿਤਸਰ ਦੇ ਕੈਂਪਾਂ ਵਿੱਚ ਇਹ ਦਿੱਲੀ ਵੱਲ ਆ ਗਏ ਤੇ ਉਸ ਸਮੇਂ ਇਹਨਾਂ ਦੇ ਸਿਰ ਤੇ ਛੱਤ ਨਹੀਂ ਸੀ ਪਰ ਜੇਬ ਵਿੱਚ 1500 ਰੁਪਏ ਸੀ ਤੇ ਫਿਰ ਇਹਨਾਂ ਨੇ ਇੱਥੇ ਕੰਮ ਕਰਨ ਬਾਰੇ ਸੋਚਿਆ ਤੇ 250 ਰੁਪਏ ਦਾ ਇੱਕ ਟਾਂਗਾ ਲਿਆ ਅਤੇ ਦਿੱਲੀ ਦੀਆਂ ਸੜਕਾਂ ਤੇ ਸਾਰਾ ਦਿਨ ਟਾਂਗਾ ਚਲਾਉਂਦੇ ਰਹਿੰਦੇ ਸੀ। ਪਰ ਉਹ ਕਮਾ ਸਿਰਫ ਇੱਕ ਆਨਾ ਹੀ ਪਾਉਂਦੇ ਸੀ। ਪਰ ਕਾਫੀ ਦਿਨਾਂ ਤੱਕ ਜਦੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਾਲਣ ਲਈ ਇਹ ਕੰਮ ਕੀਤਾ ਤੇ ਜਿਹੜੇ ਪੈਸੇ ਬਾਕੀ ਬਚੇ ਸੀ ਉਹਨਾਂ ਦਾ ਇੱਕ ਕਮਰਾ ਲਿਆ ਕਿਉਂਕਿ ਜਿੱਥੇ ਉਹ ਸੌਂਦੇ ਸੀ ਉੱਥੇ ਇੱਕ ਵਾਰ ਜਦੋਂ ਟਰੱਕ ਲੰਘਿਆ ਤਾਂ ਉਹਨਾਂ ਦੇ ਚਾਚੇ ਦੇ ਪੈਰ ਦੇ ਉੱਤੇ ਲੰਘ ਗਿਆ ਸੀ ਜਿਸ ਨਾਲ ਉਹਨਾਂ ਦਾ ਪੈਰ ਖਰਾਬ ਹੋ ਗਿਆ ਸੀ ਕਿਉਂਕਿ ਉਸ ਸਮੇਂ ਉਹ ਸੜਕ ਦੇ ਕਿਨਾਰੇ ਤੇ ਸੌਂਦੇ ਸੀਗੇ। ਸੋ ਹੁਣ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਤੇ ਗਰੀਬੀ ਦੀ ਬਹੁਤ ਜ਼ਿਆਦਾ ਮਾਰ ਪੈ ਗਈ ਸੀ ਜਿਸ ਕਾਰਨ ਉਹਨਾਂ ਨੇ ਟਾਂਗਾ ਵੇਚਿਆ ਕਿਉਂਕਿ ਉਹ ਜ਼ਿਆਦਾ ਕਮਾ ਨਹੀਂ ਪਾ ਰਹੇ ਸੀ ਤੇ ਫਿਰ ਉਹਨਾਂ ਨੇ ਕੁਝ ਹੋਰ ਕਰਨ ਦੇ ਬਾਰੇ ਸੋਚਿਆ ਅਤੇ ਫਿਰ ਜੋ ਕੰਮ ਉਹਨਾਂ ਦੇ ਪਿਤਾ ਨੇ ਇੱਕ ਸਮੇਂ ਉਹਨਾਂ ਤੋਂ ਕਰਵਾਏ ਸੀ ਉਹਨਾਂ ਨੇ ਉਸ ਬਾਰੇ ਸੋਚਿਆ ਕਿ ਉਸ ਸਮੇਂ ਤਾਂ ਮੈਂ ਉਹ ਕੰਮ ਨਹੀਂ ਕਰ ਸਕਿਆ ਪਰ ਹੁਣ ਮੈਂ ਉਹ ਕੰਮ ਕਰ ਸਕਦਾ ਹਾਂ। ਪਰ ਫਿਰ ਉਹਨਾਂ ਦੇ ਦਿਮਾਗ ਵਿੱਚ ਆਪਣਾ ਖਾਨਦਾਨੀ ਕੰਮ ਜੋ ਸਿਆਲਕੋਟ ਵਿੱਚ ਕਰਦੇ ਸੀ ਉਹ ਯਾਦ ਆਇਆ ਤੇ ਉਹਨਾਂ ਨੇ 1953 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਇੱਕ ਬਹੁਤ ਹੀ ਛੋਟੀ ਦੁਕਾਨ ਖਰੀਦੀ। ਉਸ ਵਿੱਚ ਆਪਣੇ ਬਣਾਏ ਕੁਝ ਮਸਾਲੇ ਰੱਖ ਦਿੱਤੇ ਤੇ ਸਿਆਲਕੋਟ ਵਾਲੀ ਦੁਕਾਨ ਉਹਨਾਂ ਦੀ ਕਾਫੀ ਮਸ਼ਹੂਰ ਸੀ ਅਤੇ ਦਿੱਲੀ ਵਿੱਚ ਵੀ ਉਹਨਾਂ ਦੇ ਮਸਾਲੇ ਵਿਕਦੇ ਸੀ। ਤਾਂ ਧਰਮਪਾਲ ਜੀ ਨੇ ਉੱਥੇ ਉਸ ਥਾਂ ਤੇ ਇਹ ਗੱਲ ਫੈਲਾ ਦਿੱਤੀ ਕਿ ਸਿਆਲਕੋਟ ਵਾਲੇ ਮਹਾਸਿਆਂ ਦੀ ਹੱਟੀ ਹੁਣ ਦਿੱਲੀ ਵਿੱਚ ਖੁੱਲ ਚੁੱਕੀ ਹੈ ਅਤੇ ਜਿਸ ਤੋਂ ਬਾਅਦ ਹੌਲੀ ਇਹਨਾਂ ਦਾ ਕੰਮ ਚੱਲਣ ਲੱਗਾ ਤੇ ਇੱਕ ਵਾਰ 1959 ਵਿੱਚ ਇਹਨਾਂ ਨੂੰ ਮਸਾਲਿਆਂ ਦੀ ਮਿਲਾਵਟ ਦਾ ਪਤਾ ਲੱਗਿਆ। ਹੋਇਆ ਇੰਜ ਕਿ ਇਹ ਸਾਬਤ ਸਮਾਨ ਲਿਆਉਂਦੇ ਸੀ ਤੇ ਉਸ ਤੋਂ ਬਾਅਦ ਉਸ ਨੂੰ ਕਿਸੇ ਤੋਂ ਪਿਸਵਾਉਂਦੇ ਸੀ ਅਤੇ ਜਿਸ ਤੋਂ ਇਹ ਮਸਾਲੇ ਪਿਸਵਾਉਂਦੇ ਸੀ ਉਹ ਇਹਨਾਂ ਦੇ ਮਸਾਲਿਆਂ ਵਿੱਚ ਮਿਲਾਵਟ ਕਰਨ ਲੱਗ ਗਿਆ ਤੇ ਧਰਮਪਾਲ ਜੀ ਇਮਾਨਦਾਰ ਸੀ। ਸੋ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਮਿਲਾਵਟ ਕਰਦਾ ਹੈ ਤਾਂ ਧਰਮਪਾਲ ਜੀ ਨੇ ਉਸ ਨੂੰ ਕਿਹਾ ਕਿ ਬੇਸ਼ੱਕ ਗਾਹਕ ਨੂੰ ਤੂੰ ਮਿਲਾਵਟ ਦਾ ਪਤਾ ਨਹੀਂ ਲੱਗਦਾ ਪਰ ਮੈਨੂੰ ਪਤਾ ਹੈ ਤੇ ਮੈਂ ਗਾਹਕਾਂ ਤੋਂ ਮਿਲਾਵਟੀ ਚੀਜ਼ ਲਈ ਪੈਸੇ ਨਹੀਂ ਲੈਂਦਾ ਤੇ ਤੂੰ ਇਹ ਮਿਲਾਵਟ ਕਰਨੀ ਬੰਦ ਕਰ ਦੇ।
ਤਾਂ ਮਸਾਲੇ ਪੀਸਣ ਵਾਲੇ ਨੇ ਸਾਫ਼ ਮਨਾ ਕਰ ਦਿੱਤਾ ਤੇ ਕਿਹਾ ਕਿ ਜੇ ਇੰਨੀ ਤਕਲੀਫ ਹੈ ਨਾ ਤੇ ਖੁਦ ਹੀ ਪੀਸ ਲਿਆ ਕਰੋ। ਸੋ ਇਹ ਸੁਣ ਕੇ ਧਰਮਪਾਲ ਜੀ ਨੇ ਖੁਦ ਮਸਾਲੇ ਪੀਸਣੇ ਸ਼ੁਰੂ ਕਰ ਦਿੱਤੇ। ਜੋ ਥੋੜੇ ਬਹੁਤ ਪੈਸੇ ਇਕੱਠੇ ਹੋਏ ਸੀ ਉਹਨਾਂ ਨੇ ਇੱਕ ਛੋਟੀ ਜਿਹੀ ਫੈਕਟਰੀ ਲਗਾਈ, ਜਿਸ ਤੋਂ ਬਾਅਦ ਇਹਨਾਂ ਦੀ ਮਿਹਨਤ ਡਬਲ ਹੋ ਗਈ ਸੀ। ਸੋ ਇਹ ਦਿਨ ਵਿੱਚ ਮਸਾਲੇ ਵੇਚਦੇ ਸੀ ਤੇ ਰਾਤ ਨੂੰ ਮਸਾਲਿਆਂ ਨੂੰ ਪੀਸਦੇ ਸੀ। ਪਰ ਹੁਣ ਇਹਨਾਂ ਨੇ ਥੋੜਾ ਰੇਟ ਵੀ ਘਟਾ ਦਿੱਤਾ ਸੀ ਅਤੇ ਕੁਆਲਿਟੀ ਮਸਾਲਿਆਂ ਦੀ ਬਹੁਤ ਵਧੀਆ ਸੀ, ਜਿਸ ਕਾਰਨ ਇਹਨਾਂ ਦੇ ਮਸਾਲੇ ਬਹੁਤ ਵਿਕਣ ਲੱਗੇ। ਤੇ ਫਿਰ 1959 ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ MDH ਮਸਾਲੇ 100 ਤੋਂ ਵੱਧ ਦੇਸ਼ਾਂ ਵਿੱਚ ਵਿਕਦੇ ਨੇ ਤੇ ਇਸ ਨੂੰ ਕਹਿੰਦੇ ਨੇ ਕੁਆਲਿਟੀ ਦਾ ਦਮ, ਨਾ ਕਿ ਕੁਆਂਟੀਟੀ ਦਾ। ਜੇਕਰ ਤੁਹਾਡੀ ਚੀਜ਼ ਦੇ ਵਿੱਚ ਕੁਆਲਿਟੀ ਹੈ ਨਾ ਤੇ ਉਹ ਬਹੁਤ ਦੂਰ ਤੱਕ ਜਾਂਦੀ ਹੈ। ਜੇਕਰ ਅੱਜ ਧਿਆਨ ਨਾਲ ਦੇਖੀਏ ਤਾਂ ਮਸਾਲਿਆਂ ਦੇ ਵਿੱਚ ਸਭ ਤੋਂ ਵੱਧ MDH ਦਾ ਨਾਂ ਹੀ ਚੱਲਦਾ ਹੈ ਤੇ ਉਹ ਗਰੀਬੀ ਵਾਲੇ ਦੌਰ ਵਿੱਚੋਂ ਨਿਕਲ ਕੇ ਅੱਜ ਕਰੋੜਾਂ ਰੁਪਏ ਕਮਾ ਰਹੇ ਨੇ। ਉਹ ਵੀ ਇੱਕ ਆਮ ਇਨਸਾਨ ਸੀ ਤੇ ਜੇਕਰ ਉਹ ਕਰ ਸਕਦੇ ਨੇ ਤੇ ਅਸੀਂ ਵੀ ਤਾਂ ਕਰ ਸਕਦੇ ਹਾਂ। ਸੋ ਕਰੋੜਾਂ ਕਮਾਉਣ ਲਈ ਕਰੋੜਾਂ ਰੁਪਏ ਦੀ ਜ਼ਰੂਰਤ ਨਹੀਂ, ਸਿਰਫ ਥੋੜੀ ਜਿਹੀ ਸਟਾਰਟਿੰਗ ਕਰਨ ਦੀ ਲੋੜ ਹੁੰਦੀ ਹੈ। ਉਸ ਤੋਂ ਬਾਅਦ ਹੌਲੀ-ਹੌਲੀ ਅੱਗੇ ਵੱਡਾ ਕੰਮ ਹੁੰਦਾ ਜਾਂਦਾ ਹੈ। ਸੋ ਨਾ ਕਿ ਅੱਜ ਤੋਂ ਹੀ ਅਸੀਂ ਲੱਖਾਂ ਰੁਪਏ ਇਨਵੈਸਟ ਕਰੀਏ ਤੇ ਅੱਜ ਉਹ MDH ਦੀਆਂ ਐਡਸ ਵਿੱਚ ਵੀ ਤੁਹਾਨੂੰ ਅਕਸਰ ਦਿਖਾਈ ਦਿੰਦੇ ਰਹਿੰਦੇ ਨੇ ਤੇ ਅੱਜ ਇਹਨਾਂ ਦੀ ਉਮਰ ਕਰੀਬ 96 ਸਾਲ ਦੀ ਹੋ ਚੁੱਕੀ ਹੈ ਤੇ ਫਿਰ ਵੀ ਇਹ ਪੂਰੀ ਤਰ੍ਹਾਂ ਤੰਦਰੁਸਤ ਨੇ। ਪਰ ਕੁਝ ਮਹੀਨੇ ਪਹਿਲਾਂ ਹੀ ਇਹਨਾਂ ਦੀ ਮਰਨ ਦੀ ਖਬਰ ਇੰਟਰਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ, ਜੋ ਕਿ ਫੇਕ ਸੀ। ਸੋ 2 ਆਨੇ ਕਮਾਉਣ ਵਾਲਾ ਇਹ ਇਨਸਾਨ ਕਿਵੇਂ ਮਿਹਨਤ ਕਰਕੇ ਅੱਜ ਅਰਬਾਂ ਰੁਪਏ ਦਾ ਕਾਰੋਬਾਰ ਖੜਾ ਕਰ ਸਕਦਾ ਹੈ, ਇਸ ਦੀ ਜਿਉਂਦੀ ਜਾਗਦੀ ਉਦਾਹਰਣ ਨੇ ਧਰਮਪਾਲ ਜੀ। ਤੇ ਇਹ ਉਚਾਈਆਂ ਤੱਕ ਪਹੁੰਚਦੇ ਉਹਨਾਂ ਨੇ ਬਹੁਤ ਸਾਰੇ ਸਦਮੇ ਵੀ ਸਹੇ। 1992 ਵਿੱਚ ਜਦੋਂ ਉਹਨਾਂ ਦੀ ਪਤਨੀ ਲੀਲਾਵਤੀ ਜੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਠੀਕ 1.5 ਮਹੀਨੇ ਬਾਅਦ ਉਹਨਾਂ ਦੇ ਸਭ ਤੋਂ ਛੋਟੇ ਬੇਟੇ ਸੰਜੀਵ ਗੁਲਾਟੀ ਜੀ ਦੀ ਵੀ ਮੌਤ ਹੋ ਗਈ ਸੀ ਤੇ ਇੰਨੇ ਵੱਡੇ ਸਦਮੇ ਵੀ ਉਹਨਾਂ ਨੂੰ ਆਪਣੇ ਰਸਤੇ ਤੋਂ ਭਟਕਾ ਨਹੀਂ ਸਕੇ। ਅਸਲ ਵਿੱਚ ਇਹ ਧਰਮਪਾਲ ਜੀ ਦਾ ਬੁਲੰਦ ਹੌਸਲਾ ਹੀ ਸੀ ਜਿਸ ਨੇ ਉਹਨਾਂ ਨੂੰ ਕਾਮਯਾਬੀ ਦੇ ਰਸਤੇ ਤੇ ਅੱਗੇ ਵਧਾਇਆ। ਤੇ ਇਹ ਹੌਸਲਾ ਹਰ ਕਿਸੇ ਦੇ ਵਿੱਚ ਹੁੰਦਾ ਹੈ, ਪਰ ਵਰਤਣ ਦੀ ਕੋਸ਼ਿਸ਼ ਕੋਈ ਕਰ ਪਾਉਂਦਾ ਹੈ। ਤੇ ਧਰਮਪਾਲ ਜੀ ਦਾ ਇੱਕ ਵਕਤ ਟਾਂਗੇ ਤੇ ਵੀ ਸੀ, ਪਰ ਜਦੋਂ ਵਕਤ ਨੇ ਪਲਟੀ ਮਾਰੀ ਤੇ ਅੱਜ ਉਹਨਾਂ ਦੇ ਕੋਲ ਮੈਨੂੰ ਨਹੀਂ ਲੱਗਦਾ ਕਿ ਕੋਈ ਏਦਾਂ ਦੀ ਦੁਨੀਆ ਦੀ ਚੀਜ਼ ਹੈ ਕਿ ਜਿਸ ਨੂੰ ਉਹ ਖਰੀਦ ਨਾ ਸਕਣ। ਸੋ MDH ਦਾ ਹੈੱਡ ਦਫ਼ਤਰ ਦਿੱਲੀ ਵਿੱਚ ਹੈ। ਇਹ ਪੂਰੀ ਦੁਨੀਆ ਵਿੱਚ ਮਸਾਲਿਆਂ ਦਾ ਕਾਰੋਬਾਰ ਦੇਖਦਾ ਹੈ ਤੇ ਅੱਜ ਧਰਮਪਾਲ ਜੀ ਦੀ ਸੈਲਰੀ CEO ਦੇ ਤੌਰ ਤੇ 21 ਕਰੋੜ ਰੁਪਏ ਹੈ। ਇਹ ਸਭ ਤੋਂ ਵੱਧ ਤਨਖਾਹ ਵਾਲੇ CEO ਵਿੱਚੋਂ ਇੱਕ ਨੇ, ਕਿਉਂਕਿ ਕਿਸੇ ਵੀ ਵੱਡੀ ਕੰਪਨੀ ਦਾ CEO ਕੀ ਉਸੇ ਕੰਪਨੀ ਦਾ ਮਾਲਕ ਹੁੰਦਾ ਹੈ, ਪਰ ਉਹ ਕਦੇ ਵੀ ਖੁਦ ਤਨਖਾਹ ਨਹੀਂ ਲੈਂਦਾ। ਪਰ ਧਰਮਪਾਲ ਜੀ ਆਪਣੀ ਕੰਪਨੀ ਦੇ CEO ਦੇ ਅਹੁਦੇ ਤੇ ਤਨਖਾਹ ਵੀ ਲੈਂਦੇ ਨੇ, ਜੋ ਕਿ 21 ਕਰੋੜ ਰੁਪਏ ਹੈ। ਤੇ ਮਸਾਲਿਆਂ ਦੇ ਨਾਲ ਇਹ ਬਹੁਤ ਸਾਰੇ ਭਲਾਈ ਦੇ ਕੰਮ ਵੀ ਕਰਦੇ ਨੇ। ਇਹਨਾਂ ਨੇ ਗਰੀਬ ਬੱਚਿਆਂ ਲਈ ਬਹੁਤ ਸਾਰੇ ਸਕੂਲ ਖੋਲੇ ਨੇ ਤੇ ਬਹੁਤ ਸਾਰੇ ਹਸਪਤਾਲ ਵੀ ਦਾਨ ਵਿੱਚ ਦਿੱਤੇ ਨੇ। ਜੇਕਰ ਅਸੀਂ ਕਿਸੇ ਲਈ ਕੁਝ ਵੱਡਾ ਕਰਨਾ ਚਾਹੁੰਦੇ ਹਾਂ ਤੇ ਕੁਝ ਵੱਡਾ ਕਰਨ ਦੇ ਲਈ ਪਹਿਲਾਂ ਸਾਨੂੰ ਆਪਣੇ ਆਪ ਨੂੰ ਉਸ ਲੈਵਲ ਦਾ ਬਣਾਉਣਾ ਪੈਂਦਾ ਹੈ, ਸਾਨੂੰ ਖੁਦ ਨੂੰ ਥੋੜਾ ਵੱਡਾ ਬਣਾਉਣਾ ਪੈਂਦਾ ਤਾਂ ਕਿ ਅਸੀਂ ਕਿਸੇ ਦੀ ਮਦਦ ਬੇਝਿਜਕ ਹੋ ਕੇ ਕਰ ਸਕੀਏ। ਅੱਜ ਇਹਨਾਂ ਦੇ 50 ਦੇ ਕਰੀਬ ਮਸਾਲੇ ਸਾਰੀ ਦੁਨੀਆ ਵਿੱਚ ਵਿਕਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਹੀ ਸਭ ਤੋਂ ਵੱਧ ਮਸਾਲੇ ਬਣਾਉਂਦਾ ਹੈ ਤੇ ਵੇਚਦਾ ਹੈ ਤੇ ਸਾਰੇ ਦੇਸ਼ਾਂ ਵਿੱਚ ਬਹੁਤ ਘੱਟ ਮਸਾਲੇ ਬਣਾਏ ਜਾਂਦੇ ਨੇ। ਤੇ ਕਿਹਾ ਜਾਂਦਾ ਹੈ ਕਿ ਈਸਟ ਇੰਡੀਆ ਕੰਪਨੀ ਮਸਾਲਿਆਂ ਦਾ ਕਾਰੋਬਾਰ ਕਰਨ ਲਈ ਹੀ ਇੰਡੀਆ ਵਿੱਚ ਆਈ ਸੀ, ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਭਾਰਤ ਹੀ ਸਭ ਤੋਂ ਵੱਧ ਤੇ ਵਧੀਆ ਮਸਾਲੇ ਵਿਦੇਸ਼ਾਂ ਵਿੱਚ ਭੇਜਦਾ ਹੈ। ਸੋ ਅੱਜ ਤਕਰੀਬਨ ਭਾਰਤ ਦੇ ਹਰ ਘਰ ਵਿੱਚ MDH ਦੇ ਮਸਾਲੇ ਵਰਤੇ ਜਾਂਦੇ ਨੇ। ਸੋ ਧਰਮਪਾਲ ਜੀ ਕਹਿੰਦੇ ਨੇ ਕਿ ਆਪਣੇ ਗਾਹਕ ਨੂੰ ਹਮੇਸ਼ਾ ਵਧੀਆ ਚੀਜ਼ ਦਿਓ ਤੇ ਇਸ ਤਰ੍ਹਾਂ ਤੁਹਾਡਾ ਵਪਾਰ ਆਪਣੇ ਆਪ ਚੱਲ ਪਵੇਗਾ, ਕਿਉਂਕਿ ਗ੍ਰਾਹਕ ਦੁਬਾਰਾ ਫਿਰ ਆਵੇਗਾ ਅਤੇ 4 ਨੂੰ ਲੈ ਕੇ ਆਵੇਗਾ। ਸੋ ਧਰਮਪਾਲ ਜੀ ਅੱਜ ਪੂਰੇ ਜੋਸ਼ ਵਿੱਚ ਰਹਿੰਦੇ ਨੇ। ਇਸ ਦਾ ਕਾਰਨ ਇਹੀ ਹੈ ਕਿ ਉਹ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਸੈਰ ਤੇ ਜਾਂਦੇ ਨੇ ਤੇ ਯੋਗਾ ਵੀ ਜ਼ਰੂਰ ਕਰਦੇ ਨੇ ਤੇ ਕੰਮ ਤੋਂ ਜਾਣ ਤੋਂ ਪਹਿਲਾਂ ਉਹ ਹਵਨ ਜ਼ਰੂਰ ਕਰਦੇ ਨੇ। ਸੋ ਇੱਕ ਵਾਰ ਉਹਨਾਂ ਤੋਂ ਕਿਸੇ ਨੇ ਪੁੱਛਿਆ ਸੀ ਕਿ ਤੁਹਾਡੀ ਸਿਹਤ ਦਾ ਰਾਜ਼ ਕੀ ਹੈ, ਤੁਸੀਂ ਇੰਨੇ ਫਿੱਟ ਕਿੱਦਾਂ ਹੋ? ਤੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਮਸਾਲੇ ਨਹੀਂ ਖਾਂਦਾ। ਸੋ ਕਮਾਲ ਦੀ ਗੱਲ ਹੈ ਕਿ ਮਸਾਲੇ ਦਾ ਕਾਰੋਬਾਰ ਕਰਨ ਵਾਲਾ ਹੀ ਮਸਾਲੇ ਨਹੀਂ ਖਾਂਦਾ। ਉਹਨਾਂ ਨੇ ਬੜੇ ਹੀ ਹਾਸੇ ਮਜ਼ਾਕ ਦੇ ਵਿੱਚ ਇਸ ਦਾ ਜਵਾਬ ਦਿੱਤਾ ਸੀਗਾ। ਸੋ ਕਿੱਦਾਂ ਦਾ ਲੱਗਿਆ ਜੇ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ? ਸਾਨੂੰ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆ ਰਿਹਾ। ਸੋ ਇਹ ਤਾਂ ਸੀ ਜੀ ਅੱਜ ਦੇ ਪ੍ਰੋਗਰਾਮ ਦੇ ਕੁਝ ਫੈਕਟ ਤੇ ਜਾਣਕਾਰੀ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਫੈਕਟ ਦੇ ਵਿੱਚ ਕੁਝ ਅਸੀਂ ਇੰਟਰਸਟਿੰਗ ਗੱਲਾਂ ਦੇ ਬਾਰੇ ਗੱਲ ਕੀਤੀ ਕਿ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ, ਜਿੱਦਾਂ ਕਿ ਸਭ ਤੋਂ ਜਿਹੜਾ ਜ਼ਹਿਰੀਲਾ ਐਨੀਮਲ ਹੈ, ਜਾਨਵਰ ਹੈ ਜਾਂ ਜੀਵ ਹੈ, ਉਹ ਕਿਹੜਾ ਹੈ, ਉਸ ਦੇ ਬਾਰੇ ਤੁਹਾਨੂੰ ਦੱਸਿਆ ਹੈ ਮੈਂ। ਤੇ ਬਾਕੀ ਜਾਣਕਾਰੀ ਦੇ ਵਿੱਚ ਅਸੀਂ ਗੱਲ ਕੀਤੀ ਹੈ MDH ਮਸਾਲੇ ਦੇ ਓਨਰ ਦੀ, ਧਰਮਪਾਲ ਜੀ ਦੇ ਬਾਰੇ, ਤੇ ਉਹਨਾਂ ਦੀ ਬਾਇਓਗ੍ਰਾਫੀ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਬਹੁਤ ਹੀ ਮੋਟੀਵੇਟ ਕੀਤਾ ਹੋਵੇਗਾ ਇਸ ਕਹਾਣੀ ਨੇ, ਕਿਉਂਕਿ ਅਸੀਂ ਕਿਤੇ ਨਾ ਕਿਤੇ
ਆਪਣਾ ਹੌਸਲਾ ਜਿਹੜਾ ਢਾਹ ਕੇ ਬੈਠ ਜਾਂਦੇ ਆ, ਪਰ ਹੌਸਲਾ ਢਾਉਣ ਦੀ ਲੋੜ ਨਹੀਂ ਆ, ਕਿਉਂਕਿ ਇਦਾਂ ਦੀਆਂ ਸਟੋਰੀਜ਼ ਮੈਂ ਤੁਹਾਡੇ ਲਈ ਲੈ ਕੇ ਆਉਣੀ ਆ ਕਿ ਤੁਹਾਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਮੋਟੀਵੇਟ ਕਰ ਸਕਾਂ ਤੇ ਤੁਸੀਂ ਆਪਣੇ ਕੰਮ ਵੱਲ ਪੂਰੇ ਜੋਸ਼ ਤੇ ਹੋਸ਼ ਦੇ ਨਾਲ ਵੱਧ ਸਕੋ। ਸੋ ਜੀ, ਅਗਲੇ ਐਪੀਸੋਡ ਦੇ ਵਿੱਚ ਫੇਰ ਮੈਂ ਤੁਹਾਨੂੰ ਕੁਝ ਨਵੇਂ ਫੈਕਟ ਤੇ ਕੁਝ ਨਵੀਂ ਜਾਣਕਾਰੀਆਂ ਦੇ ਨਾਲ ਮਿਲਾਂਗੀ, ਪਰ ਉਦੋਂ ਤੱਕ ਮੈਨੂੰ ਜਾਣਾ ਪਏਗਾ, ਇਜਾਜ਼ਤ ਲੈਣੀ ਪਏਗੀ, ਕਿਉਂਕਿ ਅਗਲੇ ਐਪੀਸੋਡ ਦੇ ਵਿੱਚ ਮੈਂ ਫਿਰ ਤੋਂ ਆਉਣਾ ਆ। ਸੋ ਜੀ, ਜਾਂਦੇ ਜਾਂਦੇ ਉਹੀ ਗੱਲ ਕਿ ਲਾਈਟ ਜਗਾਓ, ਚਾਹੇ ਬੱਤੀ ਜਗਾਓ ਤੇ ਚਾਹੇ ਦੋਨੋਂ ਨਾ ਜਗਾਓ, ਪਰ ਦਿਮਾਗ ਦੀ ਬੱਤੀ ਨੂੰ ਜ਼ਰੂਰ ਜਗਾਓ। ਤੇ ਦੇਖਦੇ ਰਹੋ ਜੀ ਸਾਡਾ ਪ੍ਰੋਗਰਾਮ ਦਿਮਾਗ ਦੀ ਬੱਤੀ ਜਗਾਓ। ਤੇ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।